ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ, ਗੁਰਬਾਣੀ ਵਿਚਾਰ ਆਪ ਜੀ ਦੇ ਸਮਕਸ਼ ਭੇਟ ਕਰਾਂ। ਪੇਸ਼ਤਰ ਸਨੇਮਰ ਗੁਰਦੇਵ ਦੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾ ਇਤਿਹਾਸਕ ਗ੍ਰੰਥ ਜਨਮ ਸਾਖੀ, ਜਿਸ ਨੂੰ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਪੈੜੇ ਮੌਖੇ ਦੇ ਰਾਹੀਂ ਲਿਖਵਾਇਆ ਸੀ। ਗੁਰੂ ਨਾਨਕ ਦਾ ਇਤਿਹਾਸ ਦੱਸਣ ਵਾਲੇ ਸਨ ਭਾਈ ਬਾਲਾ। ਸਾਖੀ ਦਾ ਮਤਲਬ ਹੈ ਸਾਖੀ, ਗਵਾਹੀ। ਹਿੰਦੀ ਦਾ ਸ਼ਬਦ ਹੈ ਸੰਸਕ੍ਰਿਤ ਦਾ ਸਾਖੀ। ਪੰਜਾਬੀ ਚ ਅਸੀਂ ਕਹਿੰਦੇ ਹਾਂ ਸਾਖੀ। ਤੇਰਾ ਕੌਣ ਸਾਖੀ ਹੈ? ਭਾਵ ਗਵਾਹ ਕੌਣ ਹੈ? ਉਸ ਗ੍ਰੰਥ ਦਾ ਪੂਰਨ ਨਾਮ ਤੇ ਇਹ ਹੈ, ਜਨਮ ਕਥਾ ਗੁਰੂ ਨਾਨਕ ਸਾਖੀ ਭਾਈ ਬਾਲਾ। ਗੁਰੂ ਨਾਨਕ ਦਾ ਜੀਵਨ ਇਤਿਹਾਸ, ਪਰ ਸਾਖੀ ਕੌਣ ਹੈ? ਗਵਾਹ ਕੌਣ ਹੈ? ਭਾਈ ਬਾਲਾ। ਕਿਉਂਕਿ ਉਹ ਨਾਲ ਸੀ। ਮਰਦਾਨਾ ਅਰਬ ਦੇਸ਼ਾਂ ਤੋਂ ਵਾਪਸੀ ਤੇ ਬਸਰੇ ਦੇ ਕੋਲੋਂ ਸ਼ਤੁਲ ਅਰਬ ਨੂੰ ਪਾਰ ਕਰਦਿਆਂ ਖੁਰਮ ਦੇ ਚਲਾਣਾ ਕਰ ਗਿਆ ਸੀ, ਈਰਾਨ ਦੇ ਸ਼ਹਿਰ। ਮਰਦਾਨਾ ਸਤਿਗੁਰਾਂ ਦੇ ਨਾਲ ਵਾਪਸ ਨਹੀਂ ਗਿਆ ਸੀ। ਉਹ ਰਸਤੇ 'ਚ ਹੀ ਦਮ ਤੋੜ ਗਿਆ। ਕਹਿੰਦੇ ਨੇ ਕਿਸੇ ਵਕਤ ਖੁਰਮ ਸ਼ਹਿਰ ਦੇ ਯਾਦਗਾਰ ਵੀ ਸੀ, ਅੱਜ ਨਹੀਂ ਗਏ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਾਰਾ ਇਤਿਹਾਸ ਭਾਈ ਬਾਲੇ ਨੇ ਦੱਸਿਆ। ਲਿਖਦੇ ਰਹੇ ਪੇੜਾ ਮੌਖਾ, ਲਿਖਵਾਉਂਦੇ ਰਹੇ ਗੁਰੂ ਅੰਗਦ ਦੇਵ ਜੀ ਮਹਾਰਾਜ, ਦੱਸਦੇ ਰਹੇ ਭਾਈ ਬਾਲਾ। तो उस पहले इतिहासक ग्रंथ का नाम पै गया जन्म कथा गुरु नानक साखी भाई बाला। छोटा नाम प्रचलित हो गया जन्म साखी भाई बाला। साखी तो मुराद गवाह, साखी तो मुराद दसन वाला। तो उस जन्म साखी दे धन गुरु नानक देव जी महाराज उत्ते शेख शरफ सूफी फकीर दा पोतरा प्रश्न करदा है, फकीरी चीस्त। फकीरी किसनों कहंदे ने? संतपना की है? पैगंबर किसनों कहंदे ने? अवतार किसनों कहंदे ने? पूरन संत किसनों कहंदे ने? फकीरी चीस्त। ये सिर्फ दो शब्दां दे दो बोलां दे इतना वड्डा सवाल। फकीरी चीस्त, फकीरी क्या है? संतपना की है? गुरु नानक देव जी महाराज जवाब देंदे ने, इब्तदाए फकीरी फना अस्त, इंतिहाए फकीरी बकास्त। किसे उच्चे आदर्श लई अपने आप नूं निछावर कर देना, कुर्बान कर देना, मिटा देना और हमेशा लई अमर तत्त दी प्राप्ति कर लेना, बस इसे नूं फकीरी कहंदे ने। यही संतपना है। इस सवाल जवाब मैं फिर थोड़े सामने रखा जन्म साखी च ने। फकीरी चीस्त, फकीरी की है? फकीर किसनों कहंदे ने? संत किसनों कहंदे ने? उस दिन भी मैं अर्ज कीती सी, संत दिखाई देना एक श्रृंगार है, संत हो जाना एक तपस्या है, मेहनत है, कठोर मेहनत है। संत दिखाई दे जाना ते संत नहीं है,
ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਮੁਰਦਾ ਸ਼ਿੰਗਾਰਿਆ ਹੋਇਆ, ਹੋਰ ਕੁਝ ਵੀ ਨਹੀਂ ਹੈ। ਨਾਮ ਬਿਨਾ ਜੇਤਾ ਵਿਵਹਾਰ, ਜੋ ਮਿਰਤਕ ਮਿਥਿਆ ਸ਼ਿੰਗਾਰ। ਇਹ ਮੁਰਦੇ ਨੂੰ ਸ਼ਿੰਗਾਰਿਆ ਗਿਆ। ਧਾਰਮਿਕ ਲਿਬਾਸ ਤੇ ਹੈ, ਧਾਰਮਿਕ ਜੀਵਨ ਨਹੀਂ ਹੈ, ਧਾਰਮਿਕ ਜ਼ਿੰਦਗੀ ਨਹੀਂ ਹੈ, ਸਿਰਫ ਲਿਬਾਸ ਹੀ ਲਿਬਾਸ। ਫਕੀਰੀ ਚੀਸਤ, ਫਕੀਰੀ ਕਿਸ ਨੂੰ ਕਹਿੰਦੇ ਨੇ? ਇਬਤਿਦਾਏ ਫਕੀਰੀ ਫਨਾਸਤ, ਇੰਤਹਾਏ ਫਕੀਰੀ ਬਕਾਸਤ। ਕਿਸੇ ਉੱਚੇ ਆਦਰਸ਼ ਲਈ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ, ਮਿਟਾ ਦੇਣਾ, ਔਰ ਹਮੇਸ਼ਾ ਲਈ ਅਮਰ ਤੱਤ ਦੀ ਪ੍ਰਾਪਤੀ ਕਰ ਲੈਣੀ, ਬਸ ਇਸ ਨੂੰ ਫਕੀਰੀ ਕਹਿੰਦੇ ਨੇ। ਗੁਰੂ ਨਾਨਕ ਦੇ ਪੰਜਵੇਂ ਸਰੂਪ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਜੀਵਨ ਦੇ ਰਾਹੀਂ ਇਹ ਅਰਥ ਸਾਹਮਣੇ ਰੱਖ ਦਿੱਤੇ ਨੇ। ਕਹਿੰਦੇ ਨੇ ਮਨੁੱਖ ਨੂੰ ਤਿੰਨ ਘਟਨਾਵਾਂ ਤੋਂ ਗੁਜ਼ਰਨਾ ਪੈਂਦਾ ਹੈ, ਜਨਮ, ਜੀਵਨ, ਮਰਨ। ਜਨਮ ਹੋਇਆ ਹੋਵੇਗਾ, ਜੀ ਰਿਹਾ ਹੋਵੇਗਾ, ਮਰ ਗਿਆ ਹੋਵੇਗਾ। ਇਨ੍ਹਾਂ ਤਿੰਨ ਅਵਸਥਾਵਾਂ ਤੋਂ ਹਰ ਇੱਕ ਨੂੰ ਲੰਘਣਾ ਪੈਂਦਾ ਹੈ। ਜਨਮ, ਜੀਵਨ, ਮਰਨ। ਦੁਨੀਆ ਦੇ ਵਿੱਚ ਕੁਝ ਐਸੇ ਪੁਰਸ਼ ਨੇ, ਇਤਿਹਾਸਕਾਰਾਂ ਨੇ ਉਹਨਾਂ ਦੇ ਜੀਵਨ ਦੀ ਕਥਾ ਨੂੰ ਲਿਖਿਆ ਹੈ। ਜਨਮ ਕਿੱਥੇ ਹੋਇਆ ਸੀ, ਮਾਂ-ਬਾਪ ਕੌਣ ਸਨ, ਇਹ ਵੀ ਨਹੀਂ ਪਤਾ। ਬਹੁਤ ਸਾਰੇ ਭਗਤਾਂ ਦਾ ਜੀਵਨ, ਬਹੁਤ ਸਾਰੇ ਕ੍ਰਾਂਤੀਕਾਰੀਆਂ ਦਾ ਜੀਵਨ ਲਿਖਣ ਵਾਲਿਆਂ ਨੇ, ਇਤਿਹਾਸਕਾਰਾਂ ਨੂੰ ਪਤਾ ਵੀ ਨਹੀਂ ਚੱਲ ਸਕਿਆ ਉਹਨਾਂ ਦੇ ਮਾਂ-ਬਾਪ ਕੌਣ ਸਨ। ਜਨਮ ਕਿੱਥੇ ਹੋਇਆ ਸੀ, ਕਦੋਂ ਹੋਇਆ ਸੀ, ਜਨਮ ਦੀ ਕੋਈ ਛਾਪ ਨਹੀਂ ਹੈ, ਇਤਿਹਾਸ ਦੇ ਜੀਵਨ ਦੀ ਛਾਪ ਹੈ। ਜੋ ਕੁਝ ਉਹ ਕਰਦੇ ਰਹੇ ਉਸ ਨਾਲ ਜਗਤ ਨੂੰ ਕੁਝ ਮਿਲਿਆ। ਤੋ ਇਤਿਹਾਸਕਾਰਾਂ ਨੇ ਜੀਵਨ ਦੀ ਫਿਕਰ ਕੀਤੀ, ਜਨਮ ਦੀ ਨਹੀਂ। ਫਿਰ ਕੁਝ ਐਸੇ ਨੇ ਜਿਨ੍ਹਾਂ ਦਾ ਮਰਨਾ ਬੜਾ ਮਹਾਨ ਸੀ, ਉਹਨਾਂ ਦੀ ਮੌਤ ਕੁਝ ਦੇ ਗਈ, ਉਹਨਾਂ ਦੀ ਮੌਤ ਦੇ ਨਾਲ ਕੁਝ ਕ੍ਰਾਂਤੀ ਹੋਈ, ਉਹਨਾਂ ਦਾ ਮਰਨਾ ਜਗਤ ਦੀ ਝੋਲੀ ਵਿੱਚ ਕੁਝ ਪਾ ਗਿਆ। ਤੋ ਇਤਿਹਾਸਕਾਰਾਂ ਨੇ ਉਹਨਾਂ ਦੀ ਮੌਤ ਬਾਰੇ ਬੜਾ ਲਿਖਿਆ। ਜੈਸੇ ਮੈਂ ਦੇਖਦਾ ਸ਼ਹੀਦ ਭਗਤ ਸਿੰਘ ਦੀ ਸਮਾਧ ਤੇ ਹਰ ਸਾਲ ਮੇਲਾ ਲੱਗਦਾ ਹੈ ਫਿਰੋਜ਼ਪੁਰ ਦੇ ਵਿੱਚ। ਕਰੀਬਨ 1.5-2 ਲੱਖ ਬੰਦੇ ਇਕੱਠੇ ਹੁੰਦੇ ਨੇ। ਪੰਜਾਬ ਦੀ ਸਾਰੀ ਮਿਨਿਸਟਰੀ ਤੇ ਪਹੁੰਚਦੀ ਹੈ, ਸੈਂਟਰਲ ਤੋਂ ਵੀ ਪਹੁੰਚਦੇ ਨੇ ਮਿਨਿਸਟਰ, ਫੁੱਲ ਭੇਟ ਕਰਨ ਵਾਸਤੇ, ਫੁੱਲ ਮਾਲਾ ਚੜਾਉਣ ਵਾਸਤੇ। ਦਰਅਸਲ ਉਸ ਪੁਰਸ਼ ਦਾ ਮਰਨਾ ਇਤਨਾ ਮਹਾਨ ਸੀ, ਕੁਝ ਦੇ ਗਿਆ, ਉਹਦੀ ਮੌਤ ਕੁਝ ਦੇ ਗਈ। ਉਸ ਦੀ ਮੌਤ ਜਗਤ ਵਾਸੀਆਂ ਦੀ ਝੋਲੀ 'ਚ ਕੁਝ ਪਾ ਗਈ। ਤੋ ਇਤਿਹਾਸਕਾਰਾਂ ਨੇ ਉਸ ਦੀ ਮੌਤ ਨੂੰ ਲਿਆ, ਬਰਸੀ ਮਨਾਉਂਦੇ ਨੇ, ਉਸ ਦਿਨ ਦੁਨੀਆ ਇਕੱਠੀ ਹੁੰਦੀ ਹੈ। ਇਤਿਹਾਸ ਦੇ 'ਚ ਕੋਈ ਲੰਬਾ ਚੌੜਾ ਇਹ ਜ਼ਿਕਰ ਨਹੀਂ, ਕਦੋਂ ਜੰਮਿਆ, ਕੌਣ ਮਾਂ-ਬਾਪ ਸਨ, ਕਿਸ ਸ਼ਹਿਰ ਦੇ ਜੰਮਿਆ, ਕੋਈ ਜਨਮ ਕਥਾ ਨਹੀਂ ਹੈ, ਮਰਨ ਕਥਾ ਹੈ। ਤੋ ਕਿਸੇ ਦਾ ਮਰਨਾ ਇਤਨਾ ਮਹਾਨ ਆਉਂਦਾ ਹੈ ਕਿ ਕਲਮ ਦੇ ਧਨੀਆਂ ਨੂੰ, ਦਿਮਾਗ ਦੇ ਧਨੀਆਂ ਨੂੰ ਉਹਨਾਂ ਦੇ ਉੱਤੇ ਕੁਝ ਲਿਖਣਾ ਪੈਂਦਾ ਹੈ, ਮਿਹਨਤ ਕਰਨੀ ਪੈਂਦੀ। ਕਈਆਂ ਦਾ ਮਰਨਾ ਤੇ ਆਮ ਸਾਧਾਰਨ ਆਉਂਦਾ ਹੈ, ਚਲੋ ਹੁਣ ਜੀ ਕੋਈ ਤਾਪ ਬੁਖਾਰ ਐਕਸੀਡੈਂਟ ਹੋਇਆ, ਚਲੇ ਗਏ, ਸਰੀਰ ਗਿਆ। ਲੇਕਿਨ ਜੀਵਨ ਮਹਾਨ ਆਉਂਦਾ ਹੈ, ਉਹਨਾਂ ਦੀ ਜ਼ਿੰਦਗੀ ਕੁਝ ਦੇ ਜਾਂਦੀ ਹੈ। ਤੋ ਫਿਰ ਕਲਮ ਦੇ ਧਨੀ ਉਹਨਾਂ ਦੇ ਜੀਵਨ ਬਾਰੇ ਲਿਖਦੇ ਨੇ। ਸੰਸਾਰ ਦੇ ਇਤਿਹਾਸ ਦੇ ਵਿੱਚ
ਹਜ਼ਾਰਾਂ ਸਾਲ ਉਡੀਕ ਕਰਨ ਤੋਂ ਬਾਅਦ ਕਦੀ ਕਦਾਈ ਕੋਈ ਐਸੀ ਆਤਮਾ ਵੀ ਜਨਮ ਲੈਂਦੀ ਏ ਜਿਹਦਾ ਜਨਮ ਵੀ ਕ੍ਰਾਂਤੀ ਕਰਦਾ ਹੈ, ਜਿਹਦਾ ਜਨਮ ਵੀ ਆਪਣੀ ਛਾਪ ਲਾਉਂਦਾ ਹੈ। ਭੱਟ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਰੇ ਕਹਿੰਦੇ ਨੇ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਆ। ਕੋਈ ਜੀਵਨ ਦੇ ਸਾਧਨਾ ਕਰਕੇ ਬ੍ਰਹਮ ਗਿਆਨੀ ਹੋਇਆ ਹੋਵੇਗਾ, ਤੁਸੀਂ ਜਨਮ ਤੋਂ ਬ੍ਰਹਮ ਗਿਆਨੀ ਹੋ। ਕੋਈ ਬੜੀ ਸਾਧਨਾ ਕਰ ਕਰਕੇ ਸੰਤ ਬਣਿਆ ਹੋਵੇਗਾ, ਤੁਸੀਂ ਜਨਮ ਤੋਂ ਸੰਤ ਹੋ। ਕੋਈ ਮਿਹਨਤ ਕਰ ਕਰਕੇ ਰੱਬ ਨਾਲ ਜੁੜਿਆ ਹੋਵੇਗਾ, ਤੁਸੀਂ ਜਨਮ ਤੋਂ ਹੀ ਜੁੜੇ ਹੋਇਆ, ਤੁਸੀਂ ਜਨਮ ਤੋਂ ਮਹਾਨ ਹੋ। ਔਰ ਇਸ ਦਾ ਇਤਿਹਾਸਕ ਸਬੂਤ ਮਿਲਦਾ ਹੈ। 2-2.5 ਸਾਲ ਦੀ ਉਮਰ ਤੇ ਕੁਛ ਨਹੀਂ ਆਉਂਦੀ। ਮਹਾਰਾਜ ਗੁਰੂ ਅਰਜਨ ਦੇਵ ਜੀ, ਬਾਲਕ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਿੰਘਾਸਣ ਤੇ ਚੜ੍ਹਨ ਦੀ ਕੋਸ਼ਿਸ਼ ਪਏ ਕਰਦੇ ਸਨ। ਵੱਜੇ ਹੋਏ ਆਏ ਮਾਤਾ ਭਾਨੀ ਜੀ, ਔਰ ਡਾਂਟ ਦੇ ਲਹਿਜੇ ਵਿੱਚ ਆਖਿਆ, ਇਹ ਸਤਿਗੁਰਾਂ ਦਾ ਸਿੰਘਾਸਣ ਹੈ, ਇਹ ਗੁਰੂ ਨਾਨਕ ਦੀ ਗੱਦੀ ਹੈ, ਇਸ ਤੇ ਤੀਜੇ ਗੁਰੂ ਨਾਨਕ ਬਿਰਾਜਮਾਨ ਹੁੰਦੇ ਨੇ, ਤੁਸੀਂ ਆਇੰਦਾ ਚੜ੍ਹਨ ਦੀ ਕੋਸ਼ਿਸ਼ ਨਾ ਕਰਨਾ। ਮਾਤਾ ਭਾਨੀ ਜੀ ਆ ਗਏ। ਇਸ ਤਰ੍ਹਾਂ ਬਾਲਕ ਗੁਰੂ ਅਰਜਨ ਦੇਵ ਜੀ ਨੂੰ ਡਾਂਟਦਿਆਂ ਹੋਇਆ, ਆਪਣੇ ਬੱਚੇ ਨੂੰ ਡਾਂਟਦਿਆਂ ਹੋਇਆ ਐਸਾ ਆਖਿਆ ਜਦੋਂ ਚੜ੍ਹ ਰਹੇ ਸਨ। ਮੁਸਕਰਾਉਂਦੇ ਹੋਏ ਗੁਰੂ ਅਮਰਦਾਸ ਜੀ ਮਹਾਰਾਜ ਵੀ ਆ ਗਏ। ਗੋਬਿੰਦਵਾਲ ਦੀ ਇਹ ਘਟਨਾ ਇੱਕਦਮ ਭਾਨੀ ਜੀ ਕੋਲੋਂ ਬਾਲਕ ਗੁਰੂ ਅਰਜਨ ਦੇਵ ਜੀ ਨੂੰ ਲੈ ਕੇ ਸਿੰਘਾਸਣ ਤੇ ਬਿਠਾ ਦਿੱਤਾ ਔਰ ਉੱਚੀ ਸੁਰ ਦੇ ਚ ਆਖਿਆ, ਦੋਤਾ ਬਾਣੀ ਕਾ ਬਹੁਤਾ। ਇਹ ਦੋਤਰਾ ਹੈ ਮੇਰਾ, ਇਹ ਬਾਣੀ ਦਾ ਜਹਾਜ਼ ਹੈ। ਹਜ਼ਾਰਾਂ ਸਾਲ ਤੱਕ ਦੁਨੀਆ ਇਸ ਜਹਾਜ਼ ਦੇ ਚ ਬੈਠ ਕੇ ਸੰਸਾਰ ਤੋਂ ਪਾਰ ਹੁੰਦੀ ਰਹੇਗੀ। ਜਨਮ, ਜੀਵਨ, ਮਰਨ ਤਿੰਨੇ ਮਹਾਨ ਕਿਸੇ ਦੇ ਨਹੀਂ ਹੁੰਦੇ। ਕਿਸੇ ਦਾ ਜਨਮ ਕੋਈ ਘਟਨਾਕਾਰੀ ਹੁੰਦਾ ਹੈ, ਕਿਸੇ ਦਾ ਮਰਨ, ਕਿਸੇ ਦਾ ਜੀਵਨ। ਇੱਕ ਐਸੀ ਆਤਮਾ ਜਿਸ ਦਾ ਜੀਵਨ ਵੀ ਜਗਤ ਨੂੰ ਕੁਝ ਦੇ ਰਿਹਾ ਹੈ, ਜਿਸ ਦੇ ਜਨਮ ਨੇ ਵੀ ਫਿਜ਼ਾ ਨੂੰ ਮੁਅੱਤਰ ਕੀਤਾ, ਬਦਲਿਆ, ਕ੍ਰਾਂਤੀ ਲਿਆਂਦੀ, ਪਰ ਜਿਸ ਦੀ ਮੌਤ ਨੇ ਵੀ ਬੜਾ ਭਾਰੀ ਜੋ ਹੈ ਕ੍ਰਾਂਤੀਕਾਰੀ ਨਜ਼ਾਰਾ ਪੇਸ਼ ਕੀਤਾ। ਹੁਣ ਮੈਂ ਅਰਜ਼ ਕਰਾਂ, ਬਾਹਰ ਦੀ ਜਿਹੜੀ ਤਾਕਤ ਹੈ, ਸ਼ਕਤੀ ਹੈ, ਇਹਨੂੰ ਸਤਾ ਕਹਿੰਦੇ ਨੇ। ਸਤਾ, ਇਹ ਸਤਾ ਕਈ ਤਰ੍ਹਾਂ ਦੀ ਹੁੰਦੀ ਹੈ, ਇਹ ਤਾਣ ਕਈ ਤਰ੍ਹਾਂ ਦਾ ਹੁੰਦਾ ਹੈ। ਔਰ ਇਤਨੀ ਗੱਲ ਸਪਸ਼ਟ ਹੈ, ਜਿਹਦੇ ਕੋਲ ਤਾਣ ਨਹੀਂ ਉਹਦੇ ਕੋਲ ਮਾਣ ਵੀ ਨਹੀਂ ਹੁੰਦਾ। ਨਿਤਾਣਾ ਨਿਮਾਣਾ ਹੁੰਦਾ ਹੈ, ਬਗੌਰ ਮੁਤਾਲਾ ਕਰਨਾ। ਨਿਤਾਣਾ ਮਨੁੱਖ ਨਿਮਾਣਾ ਹੁੰਦਾ ਹੈ, ਨਿਤਾਣੀ ਕੌਮ ਨਿਮਾਣੀ ਆਉਂਦੀ ਹੈ, ਨਿਤਾਣਾ ਦੇਸ਼ ਨਿਮਾਣਾ ਹੁੰਦਾ ਹੈ। ਤਾਣ ਦੇ ਆਲੇ ਦੁਆਲੇ ਮਾਣ ਪਰਕਰਮਾ ਕਰਦਾ ਹੈ। ਜਿੱਥੇ ਤਾਣ ਹੋਵੇਗਾ ਮਾਣ ਹੋਵੇਗਾ, ਲਾਜ਼ਮੀ ਹੋਵੇਗਾ। ਤਾਣ ਮਾਣ ਦੋਵੇਂ ਇਕੱਠੇ ਰਹਿੰਦੇ ਨੇ। ਅਗਰ ਕਿਸੇ ਦਾ ਕੋਈ ਮਾਣ ਸਨਮਾਨ ਹੈ ਤਾਂ ਕੋਈ ਤਾਣ ਹੋਵੇਗਾ, ਬਿਨਾਂ ਤਾਣ ਤੋਂ ਮਾਣ ਨਹੀਂ ਹੁੰਦਾ। ਮੈਂ ਇੱਕ ਦਫਾ ਫਿਰ ਦੁਹਰਾ ਦਿਆਂ, ਨਿਤਾਣਾ ਨਿਮਾਣਾ ਹੁੰਦਾ ਹੈ, ਨਿਤਾਣੀ ਕੌਮ ਨਿਮਾਣੀ ਆਉਂਦੀ ਹੈ, ਨਿਤਾਣਾ ਦੇਸ਼ ਨਿਮਾਣਾ ਹੁੰਦਾ ਹੈ। ਕੁਝ ਇਤਿਹਾਸਕਾਰ ਤੇ ਇਸ ਤਰ੍ਹਾਂ ਕਹਿੰਦੇ ਨੇ, ਕਮਜ਼ੋਰ ਮੁਰਦਾ ਹੁੰਦਾ ਹੈ, ਮੁਰਦਾ ਹੁੰਦਾ ਹੈ, ਚਲਦੀ ਫਿਰਦੀ ਲਾਸ਼ ਹੁੰਦਾ ਹੈ, ਔਰ ਕੁਝ ਵੀ ਨਹੀਂ ਹੈ। ਕਮਜ਼ੋਰ ਦਾ ਜੀਵਨ ਕੋਈ ਜੀਵਨ ਨਹੀਂ ਹੈ। ਹੁਣ ਮੈਂ ਅਰਜ਼ ਕਰਾਂ, ਵਿਦਵਾਨਾਂ ਨੇ, ਖਾਸ ਕਰਕੇ ਚਾਣਕ ਰਿਸ਼ੀ ਨੇ, ਸ਼ਾਇਦ ਆਪ ਨੂੰ ਪਤਾ ਹੋਵੇ, ਭਾਰਤ ਵਿੱਚ 3 ਸੰਤ ਐਸੇ ਵੀ ਹੋਏ ਨੇ ਜਿਨ੍ਹਾਂ ਨੇ ਰਾਜਨੀਤੀ ਤੇ ਗ੍ਰੰਥ ਲਿਖੇ ਨੇ।
राजा बिक्रमाजीत दे समय ते जो राजा बिक्रमाजीत दा गुरु सी चाणक, उन्हें राजनीति ते ग्रंथ लिखे है, उन्होंने चाणक नीति दर्पण कहते हैं। भारत विच हर रेलवे बुक स्टाल ते मिलता है, बहुत पढ़िया जाता है अजकल। दूसरा होया है धरतराष्ट्र दा सलाहकार। दुर्योधन दा पिता धरतराष्ट्र राजा सी, सलाहकार सी उसदा बिदर। इहदा भी ग्रंथ मिलता है, इहनूं बिदर नीति दर्पण कहते हैं। अजकल यह भी काफी पढ़िया जाता है। तीसरा राजनीति दे उत्ते ग्रंथ लिखा है भरतरी ने। यह राजे बिक्रमाजीत दा छोटा बिरा सी। भारत दे जिहड़ा संमत चलदा है उन्होंने बिक्रमी संमत कहते हैं, राजे बिक्रमाजीत नाल जुड़िया है। गुरु ग्रंथ साहब दे भी जिहड़े हवाले मिलते हैं वह बिक्रमी संमत दे ने। आन 98 जान 97 होर भी उठसी मरत का चेला, ये बिक्रमी संमत है, ईसवी संमत नहीं है, लंघ है। ते जिहड़ा 12 माह धन गुरु ग्रंथ साहब जी महाराज दे च ना बिक्रमी संमत चेतर तो शुरू होंदा है, चेत तो ये 12 माह भी बिक्रमी संमत नाल संबंधित है, ईसवी नाल नहीं। ईसवी संमत ते जनवरी तो शुरू होंदा है, बिक्रमी संमत चेत तो शुरू होंदा है। उदों अंदाजन मार्च दा महीना होंदा है। धन गुरु ग्रंथ साहब जी महाराज दे 12 माह ने। गुरु नानक देव जी महाराज दा तुखारी राग दे, गुरु अर्जन देव जी महाराज दा माज राग दे, दोवें बिक्रमी संमत दे मुताबिक चेत तो आरंभ होंदे ने। चेत गोविंद आराधिए होवे आनंद घना। गुरु गोबिंद सिंह जी महाराज ने भी अपनी लिखतां दे बिक्रमी संमत नूं वरतिया। संमत 17 सहस बड़ीजे, अर्ध सैन फुतीन कहीजे, भादरो सुदी अष्टमी रवारा। ये सारा जिहड़ी गिणती है बिक्रमी संमत दी। चाणक, बिदर ते भरतरी ने राजनीति ते ग्रंथ लिखे ने। इन्हां तिन्नां महापुरुषां ने दस्सिया है माण उत्थे ही परिक्रमा करदा है जिथे ताण होवे। ताण ही नहीं ते माण किहड़ी गल दा। ताण तो बिना माण होंदा ही नहीं। अगर कोई मंगदा है तो मूर्खता है, ते जिथे ताण है माण मंगण दी लोड़ नहीं। माण आपे ही परिक्रमा करदा है, आपे ही परिक्रमा करदा है। इस ताण नूं कई हिस्सियां दे च वंडिया है। धन दा ताण, सरीरक ताण, बौद्धिक ताण, राजनैतिक ताण, इस तरह वो वंड करते हैं। बंदा ते महामूर्ख है, कख नहीं समझ उन्हों, पर धनवान है तो धन एक शक्ति है, एक ताकत है बाहर दी। बाहर दी सारी हलचल धन दे आश्रित है। तो धन एक ताण है, तो धनवान दे कोल माण होवेगा, कुदरती गल है। दूर क्यों जाओ। गुरु प्रताप सूरज दी बड़ी सोहनी कथा लिखी हुई है, कवि संतोख सिंह जी ने लिखी है। बहादुर शाह औरंगजेब दा लड़का, बहादुर शाह जफर नहीं, वो आखिरी मुगल सम्राट होया। बहादुर शाह औरंगजेब दा लड़का, इसने एक दिन अपने तखत दे उत्ते, हजूर साहब दी गल है, नांदेड़ दी गल है, गुरु गोबिंद सिंह जी महाराज नूं बिठाया। लंबी चौड़ी कथा मैं बयान ना करा क्योंकि समय नूं देखना। पहले तो उसने नजराना रखिया महाराज दे अगों नगीना, जिहड़ा उसदे खजाने दे सब तो कीमती नगीना सी ते सब तो वड्डा सी। ते अंदरों ये सोचिया जिहड़ी मेरे कोल महान चीज है वह भेंट करा।
औरंगजेब नाल टकराव रहा। औरंगजेब का लड़का बहादुर शाह ने सुलह कर ली। उन्हें साफ कह दिता, गुरदेव मेरे पिता दीयां गलतियां दी सजा मैनू ते ना दो, मैं थोड़ा मुरीद। उन्हें नगीना भेंट किया। पर चूंकि अंदर यह ख्याल से मैं सब तो वड्डी भेंट दे रहा, अज तक गुरु गोबिंद सिंह ने इस तरह की भेंट किसी ने नहीं दी होनी। महाराज ने नगीना चुक के गोदावरी सुट दिता। बड़ा अफसोस होया बहादुर शाह नूं। अंदर सोचदा मैं तो समझिया सी ये गुरु नूं पता होना है नगीना है, इन्हां ने पत्थर जान के सुट दिता है। उस जमाने च उहदी लखां रुपए कीमत। हाथ जोड़ के कहने लगा, महाराज आपने जो गोदावरी सुट दिता है पत्थर नहीं है, नगीना है। अच्छा नगीना है, फिर इंज कर तू आप ही कढ़ के लिया, ले लेने। तू आप ही कढ़ के लिया। गोडे गोडे पानी सी ज्यों गया। कहने लगे दो हाथां नाल लब लब पेगा। जब थल्ले इंज पत्थर सारे बाहर कढ़े तो सब नगीने ही नगीने। अखां खुल गईयां। आके मत्था टेकिया, जिहदी निगाहे करम हर पत्थर नूं नगीना बना दे सकदी है। मैं भी भुलेखे च पै गया कि मैं बहुत वड्डी भेंट दित्ती है, मैं बहुत वड्डी भेंटा कीती है, भुल मंगी। उस थां ते यादगारी स्थान भी बनिया होया गुरुद्वारा नगीना घाट। बहादुर शाह ने धन गुरु गोबिंद सिंह जी महाराज नूं अपने सिंघासन ते बिठाया। बहुत वड्डा खैमा लग्या होया सी। तखत दे उत्ते सतगुरु नूं बिठाया, आप थल्ले बैठ गए दूजे छोटे सिंघासन ते। जिहड़ा वड्डा सिंघासन हुंदा उहनूं औरंग कहंदे ने, जिहड़ा छोटा हुंदा उहनूं मसनद कहंदे ने। इह मसनद है। मसनद दा ही पंजाबी रूप बनिया मसंद। वैसे शब्द है मसनद। गुरु अमरदास जी महाराज ने 22 मसनदां 22 मंजियां प्रचारकां नूं दित्तियां सन। उस दिन तो बाद गुरुद्वारियां च इह मसनद विछाई जाती है बई कथा कीर्तन जरा उच्ची जगह ते होवे। ये प्रथा चलाई सी गुरु अमरदास जी ने बई संगतां दिखाई देण ते कथा कीर्तन दा सन्मान होवे। गल इन्नी है। 22 मंजियां 22 मसनद। वड्डा तखत उहनूं औरंग कहंदे ने, छोटा तखत उहनूं मसनद कहंदे ने। जैसे शाहजहां दे लड़के दा नाम ते मयूनदीन सी, पर जिस दिन उसकी ताजपोशी हुई, प्यो नूं जेल दे छपा के ते तिन्नां भरावां नूं मार के उन्हें जद अपनी ताजपोशी की ते अपना नाम रखिया औरंगजेब। औरंग कहंदे ने तखत नूं, जेब कहंदे ने शिंगार नूं। तखत दा शिंगार, तखत दी शोभा, तखत दी मान मर्यादा। शायर लोग, कवि लोग, साहित्यकार, दिमाग दे धनी और शहनशाह राजे महाराजे अक्सर अपना तखल्लुस रखते रहे ने। उन्होंने हिंदी च कहते हैं उपनाम। कोई उपमा खासियत ते फिर नाम, उन्होंने अरबी फारसी तखल्लुस कहते हैं। जैसे हुमायूं दा लड़का जलालुद्दीन सिंघासन ते बैठा है, उन्हें अपना तखल्लुस रखिया अकबर। हुण अकबर दा तो मतलब है सब तो वड्डा, अल्लाहु अकबर, पर उन्हें अपना नाम रखिया अकबर। अकबर दा लड़का शहजादा सलीम वड्डा होके जब तख्त नशीन होया, उसने अपना तखल्लुस रखिया जहांगीर। सारा जहान मेरी मुट्ठी च, मेरी पकड़ दे, मेरी गिरफ्त दे। जहांगीर दा लड़का शहजादा खुर्रम जिस दिन तख्त नशीन होया, उन्हें अपना तखल्लुस रखिया शाहे जहां। शाहजहां मेरा हिंदुस्तान दा शहनशाह नहीं, सारी दुनिया दा शाहे जहां, सारे जहान दा बादशाह। शाहजहां दा लड़का मयूनदीन
ਤਿੰਨ ਭਰਾਵਾਂ ਨੂੰ ਮਾਰ ਕੇ ਪਿਓ ਨੂੰ ਕੈਦ ਕਰਕੇ ਜਦ ਸਿੰਘਾਸਣ ਤੇ ਬੈਠਾ ਹੈ, ਇਹਨੇ ਆਪਣਾ ਤਹੱਲੁਸ ਰੱਖਿਆ ਔਰੰਗਜ਼ੇਬ। ਤਖਤ ਦਾ ਸ਼ਿੰਗਾਰ, ਤਖਤ ਦੀ ਸ਼ੋਭਾ, ਤਖਤ ਦੀ ਮਾਣ ਮਰਿਆਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜਾ ਜ਼ਫਰਨਾਮਾ ਲਿਖਿਆ ਸ੍ਰੀ ਮੁਖਵਾਕ ਪਾਤਸ਼ਾਹੀ 10ਵੀਂ, ਔਰੰਗਜ਼ੇਬ ਨੂੰ ਜੋ ਲਿਖਿਆ, ਨ ਜ਼ੇਬਤ ਤੋਰਾ ਨਾਮ ਔਰੰਗਜ਼ੇਬ ਕਿ ਔਰੰਗਜ਼ੇਬ ਨਵਾਇਦ ਫਰੇਬ, ਇਹ ਨਾਮ ਤੈਨੂੰ ਸ਼ੋਭਾ ਨਹੀਂ ਦਿੰਦਾ ਜੋ ਤੂੰ ਰੱਖਿਆ। ਤੇਰਾ ਜੈਸਾ ਮਨੁੱਖ ਜਦ ਸਿੰਘਾਸਣ ਤੇ ਬੈਠਦਾ ਹੈ, ਸਿੰਘਾਸਣ ਬਦਨਾਮ ਹੋ ਜਾਂਦਾ ਹੈ, ਭ੍ਰਸ਼ਟ ਹੋ ਜਾਂਦਾ ਹੈ, ਮਹਿਲਾ ਹੋ ਜਾਂਦਾ ਹੈ। ਬੜੀ ਜੁਰਅਤ, ਬੜੀ ਹਿੰਮਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ। ਇਹ ਜ਼ਫਰਨਾਮਾ ਉਹਨਾਂ ਦੀ ਆਪਣੀ ਬਾਣੀ ਹੈ। ਬਹਾਦਰ ਸ਼ਾਹ ਨੇ ਜਦ ਸਿੰਘਾਸਣ ਤੇ ਬਿਠਾਇਆ ਤੇ ਸੈਯਦ ਜੋ ਬਹਾਦਰ ਸ਼ਾਹ ਨੂੰ ਦੀਨੀ ਤਾਲੀਮ ਦਿੰਦਾ ਸੀ, ਉਹਨੂੰ ਚਿੜ ਬੜੀ ਹੋਈ ਵੀ ਮੈਨੂੰ ਨਹੀਂ ਕਦੀ ਬਿਠਾਇਆ, ਇਹ ਮਾਣ ਸਨਮਾਨ ਮੈਨੂੰ ਨਹੀਂ ਦਿੱਤਾ, ਜਦ ਕਿ ਮੈਂ ਉਸਤਾਦ ਹਾਂ, ਮੈਂ ਪੜ੍ਹਾਉਣ ਵਾਲਾ, ਮੈਂ ਇਸ ਨੂੰ ਇਲਮ ਪੜ੍ਹਾਇਆ, ਦੀਨੀ ਇਲਮ ਪੜ੍ਹਾਇਆ, ਸੰਸਾਰੀ ਇਲਮ ਪੜ੍ਹਾਇਆ, ਮੈਂ ਇਸ ਦਾ ਉਸਤਾਦ ਹਾਂ। ਇਹਨੇ ਇਸ ਤਰ੍ਹਾਂ ਦਾ ਮਾਣ ਮੈਨੂੰ ਨਹੀਂ ਦਿੱਤਾ ਕਦੀ। ਅੰਦਰ ਕ੍ਰੋਧ ਨਾਲ ਭਰ ਗਿਆ ਤੋ ਗੁੱਸਾ ਹੁਣ ਬਹਾਦਰ ਸ਼ਾਹ ਤੇ ਕੱਢ ਨਹੀਂ ਸਕਦਾ ਸੀ, ਗੁੱਸਾ ਕੱਢਣ ਲੱਗ ਪਿਆ ਗੁਰੂ ਗੋਬਿੰਦ ਸਿੰਘ ਜੀ ਤੇ। ਕਹਿਣ ਲੱਗਾ, ਮਹਾਰਾਜ ਤੁਹਾਡੇ ਕੋਲ ਕਰਾਮਾਤ ਕਿਹੜੀ ਹੈ, ਕਲਾ ਕਿਹੜੀ ਹੈ? ਫਕੀਰ ਹੋ ਤੁਸੀਂ, ਵਲੀ ਅੱਲਾਹ ਹੋ, ਪੈਗੰਬਰ ਕਹਿਲਾਂਦੇ ਹੋ, 10ਵੇਂ ਗੁਰੂ ਨਾਨਕ ਕਹਿਲਾਂਦੇ ਹੋ, ਹੈ ਕੀ ਤੁਹਾਡੇ ਕੋਲ? ਤੁਹਾਡੇ ਕੋਲ ਕੀ ਹੈ? ਭਾਵੇਂ ਬਹਾਦਰ ਸ਼ਾਹ ਮਹਿਸੂਸ ਕਰਦਾ ਸੀ ਵੀ ਇਹ ਸੈਯਦ ਗੁਸਤਾਖੀ ਕਰ ਰਿਹਾ, ਪਰ ਫਿਰ ਉਸਤਾਦ ਸੀ, ਬਹਾਦਰ ਸ਼ਾਹ ਚੁੱਪ ਕਰ ਗਿਆ। ਉਸਤਾਦ ਸੀ, ਬਹਾਦਰ ਸ਼ਾਹ ਉਸ ਕੋਲ ਪੜ੍ਹਦਾ ਸੀ। ਮਹਾਰਾਜ ਕਹਿਣ ਲੱਗੇ, ਸੈਯਦ ਤੋਂ ਕਰਾਮਾਤ ਦੇਖਣੀ ਹੈ? ਹਾਂ, ਕਰਾਮਾਤ ਦੇਖਣੀ। तो भाई साहब भाई संतोख सिंह ने गुरप्रताप सूरज ਦੀ ਜਿਸ ਦੀ ਕਥਾ ਭਾਰਤ ਦੇ तमाम ਇਤਿਹਾਸਕ ਸਥਾਨਾਂ 'ਚ ਆਉਂਦੀ ਹੈ, ਸ਼ਾਮ ਦੇ ਵਕਤ ਆਉਂਦੀ ਹੈ, ਇਤਿਹਾਸਕ ਗ੍ਰੰਥ ਹੈ। ਉਹਨੂੰ ਗੁਰਪ੍ਰਤਾਪ ਸੂਰਜ ਕਹਿੰਦੇ ਨੇ, ਛੋਟਾ ਨਾਮ ਸੂਰਜ ਪ੍ਰਕਾਸ਼। ਸਤਿਗੁਰੂ ਕਹਿੰਦੇ ਨੇ, ਮਾਰੇ ਬਖਸ਼ੇ ਦੇਰ ਬਿਹੀਨਾ ਤਿਸ ਮੁਖ ਮੇ ਲਖ ਅਸਮਦ ਪੀਨਾ। ਦਿਨ ਰਾਤ ਤੂੰ ਬਹਾਦਰ ਸ਼ਾਹ ਕੋਲ ਰਹਿੰਦਾ ਤੇ ਤੈਨੂੰ ਕਰਾਮਾਤ ਦਾ ਪਤਾ ਨਹੀਂ। ਕਰਾਮਾਤ ਉਹਦੇ ਮੂੰਹ 'ਚ ਵਸਦੀ ਹੈ, ਉਹਦੀ ਜ਼ਬਾਨ 'ਚੋਂ ਇੱਕ ਬੋਲ ਨਿਕਲਦਾ ਤੇ ਹਜ਼ਾਰਾਂ ਬੰਦੇ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ ਮੰਨਣ ਨੂੰ। ਇੱਕ ਮਨੁੱਖ ਹਜ਼ਾਰਾਂ ਦਫਾ ਬੋਲਦਾ ਹੈ, ਕੋਈ ਇੱਕ ਵੀ ਮੰਨਣ ਨੂੰ ਤਿਆਰ ਨਹੀਂ। ਤੇ ਇੱਕ ਮਨੁੱਖ ਦੀ ਜ਼ਬਾਨ ਤੋਂ ਇੱਕ ਬੋਲ ਨਿਕਲਦਾ ਤੇ ਹਜ਼ਾਰਾਂ ਹੱਥ ਜੋੜ ਕੇ ਮੰਨਣ ਨੂੰ ਤਿਆਰ ਨੇ। ਕਰਾਮਾਤ ਨਹੀਂ ਤੇ ਹੋਰ ਕੀ ਹੈ? ਇਹਨੂੰ ਕਰਾਮਾਤ ਕਹਿੰਦੇ। ਹੋਰ ਕੀ ਕਰਾਮਾਤ ਹੈ? उस्ताद ज़ौक़ कहते हैं, किसी के एक आंसू पर हजारों दिल तड़पते हैं, किसी का उम्र भर रोना यूं ही बेकार जाता है। एक अंजू निकले है, हजारां दिल रो उठे। कोई सारी जिंदगी रोंदा रहा है, किसी ने पूछया भी नहीं क्यों रो रहे हैं, ये तेरे हंजू क्यों निकले? ਸਾਹਿਬ ਕਹਿੰਦੇ ਨੇ, ਕਰਾਮਾਤ ਦੇਖ ਬਹਾਦਰ ਸ਼ਾਹ ਦੀ ਜ਼ਬਾਨ ਦੇ 'ਚ ਵਸਦੀ ਹੈ। ਇੱਕ ਬੋਲ ਬੋਲਦਾ ਹੈ, ਸੈਂਕੜੇ ਬੰਦੇ ਨੱਸ ਪੈਂਦੇ ਨੇ, ਹੱਥ ਜੋੜ ਕੇ ਮੰਨਣ ਨੂੰ ਤਿਆਰ ਨੇ। ਇਹ ਕਰਾਮਾਤ ਨਹੀਂ ਤੇ ਹੋਰ ਕੀ ਹੈ? ਸੈਯਦ ਮੁਸਕਰਾ ਕੇ ਕਹਿਣ ਲੱਗਾ, ਮਹਾਰਾਜ ਇਹ ਕਰਾਮਾਤ ਤੇ ਫਿਰ ਬਹਾਦਰ ਸ਼ਾਹ ਦੀ ਹੋਈ ਨਾ, ਤੁਹਾਡੇ ਕੋਲ ਕੀ ਹੈ? ਮੈਂ ਇਹ ਪੁੱਛ ਰਿਹਾ ਤੁਹਾਡੇ ਕੋਲ ਕੀ ਹੈ? ਤੁਸੀਂ ਵਲੀ ਅੱਲਾ, ਤੁਸੀਂ ਪੈਗੰਬਰ, ਤੁਸੀਂ 10ਵੇਂ ਗੁਰੂ ਨਾਨਕ, ਤੁਹਾਡੇ ਕੋਲ ਕੀ ਹੈ? ਮਹਾਰਾਜ ਨੇ ਜੇਬ 'ਚੋਂ ਸੋਨੇ ਦੀ ਮੋਹਰ ਕੱਢੀ ਤੇ ਮੁਗਲ ਸ਼ਹਿਨਸ਼ਾਹਾਂ ਨੇ ਭਾਰਤ ਦੇ 'ਚ ਉਸ ਜ਼ਮਾਨੇ 'ਚ ਰੁਪਏ ਦਾ ਨਾਮ ਬਦਲ ਕੇ ਦਿਨਾਰ ਰੱਖਿਆ ਹੋਇਆ ਸੀ, ਜਿਵੇਂ ਇੱਥੇ ਸਾਹਿਬਾਂ ਨੇ ਉਹ ਮੋਹਰ ਕੱਢੀ ਤੇ ਮੁਖਾਤਬ ਹੋ ਕੇ ਕਿਹਾ, ਪਿਖ ਦਿਨਾਰ ਜੋ ਹਾਥ ਹਮਾਰੇ ਇਹੋ ਅਜ਼ਮਤ ਲਿਓ ਦੁਤੀ ਵਿਚਾਰੇ।
है अजमत है, करामात है। संसार दी सारी भज दौड़ दा कारण धन, संसार दी सारी हलचल दा कारण धन, और संसार दे च एक नंबर दी शक्ति धन। ये करामात है। ਇਹਦੇ ਨਾਲ ਚਾਹੋ ਕੁਛ ਵੀ ਕਰ ਲੋ ਜਗਤ ਦੇ ਵਿੱਚ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਅੱਗੋਂ ਹੁਣ ਸੈਯਦ ਨੇ ਕਿਹਾ, ਸੁਨ ਸੈਯਦ ਬੋਲਿਓ ਤਜ ਮੌਨ, ਤੁਮ ਮੇਂ ਕਰਾਮਾਤ ਹੈ ਕੌਣ। ਇਹ ਕਰਾਮਾਤ ਪੈਸੇ ਦੀ ਹੋ ਗਈ, ਉਹ ਕਰਾਮਾਤ ਬਹਾਦਰ ਸ਼ਾਹ ਦੀ ਹੋ ਗਈ, ਤੁਹਾਡੇ ਵਿੱਚ ਕੀ ਹੈ? ਬਾਜ਼ ਨਹੀਂ ਆਇਆ, ਸਵਾਲ ਤੇ ਸਵਾਲ ਕਰੀ ਗਿਆ, ਤੁਹਾਡੇ ਵਿੱਚ ਕੀ ਹੈ, ਤੁਸੀਂ ਕੀ ਰੱਖਦੇ ਹੋ? महाराज कहने लगे, फिर तू साड़ी करामात देखनी है? हाँ देखनी है। फिर इनकार ना करें। जब असी दिखाण लगी है ना, फिर जबान नाल कहीं हाँ दिखावा। महाराज मैं इनकार क्यों करांगा, मैं तो बार बार कहंदा पिया तुसी अपनी कोई करामात दिखावा। सुन सैयद बोलियो तज मौन, तुम में करामात है कौन। सुन सतगुर शमशीर निकासी, सब में छठा समान प्रकाशी। महाराज ने मयान चो तलवार कढ़ लई, ते तलवार इंज चमकी जिवें बदलां दे बिजली। सुन सतगुर शमशीर निकासी, सब में छठा समान प्रकाशी। तत छिन बदन पीत होए गए, लोचन समुख न करते भय। सारियां दे चेहरे पीले पै गए, की हो गया? बहादुर शाह भी सिर ढा के बैठ गया, एक ही हो गया। हुण सतगुर सैयद नूं मुखादब होके कहंदे ने, तेज दीपत सिधी मुख ते कहें, ए भी करामात एक है। ऐ करामात है मेरे को शस्त्र। हुण तू बोल करामात दिखाओ ते मैं तेनों इसदी करामात दिखावां। कंबनी छिड़ गई उन्होंने, हाथ जोड़ लगन, नहीं महाराज मैं तो जी वार्तालाप कर रहा सी, आप दे नाल बचन बिलास कर रहे। नहीं बचन बिलास दी गल नहीं, हुण तू बोल करामात दिखाओ मैं दिखावा। वो बार बार हाथ जोड़ी जाए। सतगुरु बहादुर शाह नूं कहंदे ने, इस तरह दे फोके नाटक चेटक इस नाल ठंडे पै जांदे ने। की करामात? रिद सिद्ध सब मोह है, नाम न वसे मनाए। नाटक चेटक किए कुकाजा, प्रबलो गन के आवत लाजा। तो मैं अर्ज करा, चाणक ने, भरतरी ने, बिदर ने ताण दा जिक्र कीता है। माण उत्थे हुंदा है जिथे ताण होवे, ये दोवें इकट्ठे रहिंदे ने। माण ते ताण दा चोली दामन दा साथ है। ताण नहीं ते माण किहड़ी गल दा? तो चाणक कहंदा संसार दे पहला ताण धन। मूड तो मूड बंदा होवे, वैसे जिसदी बहुत बिजी लाइफ है, वो धन बारे बहुत जानदा होवेगा, जीवन बारे कख भी नहीं, परमात्मा बारे कुछ भी नहीं। किसे एक पहलू दे जद कोई मनुख बहुत अगे लंघ जांदा है, हजारां पहलुआं च पछड़ जांदा है। रब्बी नहीं हमें, चोटी दा संगीतकार, चोटी दा कवि नहीं आउंदा। चोटी दा कवि, चोटी दा संगीतकार नहीं आउंदा है, और चोटी दा संगीतकार कोई चित्रकार नहीं आउंदा। चोटी दा चित्रकार कोई कवि नहीं आउंदा। किसे एक पहलू दे जद कोई बहुत अगे लंघ जाए, हजारां पहलुआं दे पछड़ जांदा है। इस वास्ते चोटी दा धनवान कोई रब्बी गुणवान नहीं आउंदा, नहीं आउंदा। ये तो कदी कदाई कोई जनक जैसा, महाराजे रणजीत सिंह जैसा, वरना गुणवान नहीं आउंदा। गुणां नूं ग्रहण करन वास्ते, समझण वास्ते वक्त चाहिए, उहदे कोल वक्त नहीं है, लाइफ बड़ी बिजी। मैनूं मिलदे ने भारत दे च कई, कहंदे ने मस्कीन जी तुसीं कहंदे हो 5 बाणियां दा नितनेम करिए, साडे कोल रोटी खाण दी वेल कोई नहीं, घंटा बाणी पढ़ीए। ते मैं उन्हां नूं कहंदा हुंदा, सारी भज दौड़ ते रोटी वास्ते, ते रोटी खाण दी तुहाडे कोल वेल कोई नहीं। भी तुसीं कहंदे हो 2 टाइम गुरुद्वारे आओ, साडे कोल ते आराम दी भी वेल नहीं। हुण कौन दसे सारी भज दौड़ ते आराम वास्ते, ते आराम दा समा नहीं।
कई इस तरह भी कह देंगे मसीन जी साडे कोल ते मरण दी भी वेल कोई नहीं, कथा कीर्तन किथे सुणीए। मैं उन्हां नूं कहना तुसीं चिंता ना करो, मौत अपनी वेल कढ लएगी, तू देखदा ही रह जाएगा। कहती गई देख बाजे बजाए, वही एक रहसी जो साचा खुदा है। किसी एक पहलू दे बहुत अगे लंघण नालों मनुख हजारां पहलुआं दे पछड़ जाता है। जे कबीर जैसे, नामदेव जैसे या इस तरह के हजारां भगत वो धन की दुनिया दे पछड़ गए तो महज इस वास्ते सारा समा ते धर्म दे खर्च कर दिता, उस दे चो बहुत अगे लंघ गए, परमात्मा तक पहुंच गए। किसी भी एक पहलू दे बहुत अगे लंघण नालों मनुख हजारां पहलुआं चो पछड़ जाता है। ये भी मैं अर्ज कर दें, रब्बी नहीं हमें, ऐसा नहीं हमें। चाणक लिखदा है धन एक ताण है माण होवेगा। इस तो बाद शरीरक ताण बड़े बड़े पहलवानां कोल आउंदा है। आप सुन के हैरान होवोगे, भारत दे सब तो वड्डे पहलवान नूं भारत केसरी दा लकब देंदे ने। भारत केसरी पिछले दिनी ते हरियाणे दा कोई सी, उहनूं इह लकब मिलिया सी भारत केसरी। किसी वक्त दारा सिंह भी सी भारत केसरी। उन्हां दे जलूस भी निकलदे, उन्हां दे चेले चांटे भी आउंदे ने, उन्हां नूं गौरमेंट पद्धर ते सन्मानित भी कीता जांदा है। बड़ी गल है कि उन्हां कोल शरीरक बल 10 बंदियां नूं काबू कर लैण, इतनी शक्ति, इतनी ताकत। ताण ताकत नूं कहंदे ने, जिथे ताण होवेगा माण होवेगा। तो पहलवानां दा भी माण हुंदा है, बकायदा हुंदा है। तीसरा ताण बौद्धक ताण, दार्शनिक है, फिलोसफर है, कवि है, कलम दा धनी है, दिमाग दा धनी है। ताण है, माण ते होवेगा। अकबर ने अपने दरबार दे बीरबल नूं, मुल्ला दो प्याजा नूं, जनाब फैजी नूं, कवि रहीम नूं, तानसेन नूं रखिया सी। ये बड़े दिमाग दे धनी। अकबर खुद सलाम करदा सी उन्हां नूं झुक के, कहंदा सी मेरे दरबार दे कीमती रतन ने, इन्हां तो बिना मेरा दरबार कुछ भी नहीं, कुछ भी नहीं। उन्हां सारियां दा अपने वक्त दे बड़ा मान सन्मान सी। क्यों? ताण सी, अकल दे धनी सन, बौद्धिक बल सी उन्हां कोल, दिमागी ताण सी। चौथा ताण मनदे ने राजनैतिक ताण। कोई कुर्सी है उहदे कोल, हुक्मरान है, तो सलामां ते होणगे, सजदे ते होणगे, परिक्रमा ते होवेगी। हुण मैं अर्ज करां, जिसनूं कहंदे ने धन दा ताण, ये गुरु अर्जन देव जी कोल नहीं सी। हालात एक दफा ऐसे हो गए सन, जब सरोवर की खुदाई चल रही सी ना, ते मजदूरां नूं भी पैसे देण वास्ते पैसे नहीं सन। इतिहास कहंदा है। शामी सतगुर सोचदे च बैठे, मजदूर बड़े ने ते सारिआं नूं देणे ने, ते थैली दे दमड़े घट ने। रब्बी नेत भाई सोमा जी आ गए ते सतगुरां दी थैली ने एक पासे करके अपनी थैली रखी। महाराज अज मजदूरां नूं इस थैली चों दिओ। ते सतगुरां दी जबान चों निकलिया, तूं ते साडा शाह है। उस दिन तो गुरु घर दे च एक बिरादरी चली है जिन्हां नूं शाह साहब करके कहंदे ने, सोमे शाह तो चली है। और एक काफ़ी तादाद दे च हरियाणे च इन्हां दे डेरे भी ने, दिल्ली दे च भी है, हरबंस शाह सिंह दा डेरा, डेरा समिल खान कलोनी च। इस तो इलावा होर कई डेरे ने, जींद दे च जीवन शाह सिंह दा डेरा, रुड़की डेरा दून अलवर दे च सुखदेव शाह दा डेरा। इस सोमे शाह दी अंश ने धन गुरु अर्जन देव जी महाराज तो सुते से निक, तूं ते साडा शाह है। तो भाई सोमे दा नाम पै गया सी सोमा शाह। बाद शाह इन्हां दी अल बन गई, जात बन गई, गोत बन गई। धन दा ताण महाराज कोल नहीं है। दूसरा ताण होंदा है तन दा ताण।
तो महाराज दा शरीर भी आम साधारण शरीरां वर्गा सी, कोई पहलवान नहीं सन। ये भी मैं अर्ज करदे हां। तीसरा ताण आउंदा है राजनैतिक, तो महाराज कोई जागीरदार नहीं, कोई हुक्मरान नहीं है, किसी जगीर दे मालिक नहीं ने, किसी मुल्क दे हुक्मरान नहीं ने। लेकिन हैरानगी सी उस वक्त दे हुक्मरानां नूं, सारा जगत झुकदा है, हिंदू झुकदे ने, मुस्लिम झुकदे ने, मियां मीर जैसा मत्था टेकदा है, जमाल हुसैन सजदा करदा है, ब्राह्मण मत्था टेकदे ने, हिंदू परिक्रमा करदे ने, मुसलमान परिक्रमा करदे ने। है कि इस फकीर कोल है कि इस तरह का पुछना वक़्त दे हुक्मरानां दा नफरत करके भी हुंदा सी, बई इतने सजदे हो रहे ने, हिंदू झुकदे पे ने, मुस्लिम झुकदे पे ने, ब्राह्मण झुक रहे ने, खत्री झुक रहे ने, शूदर झुक रहे ने, वैश्य झुक रहे ने, धनवान झुक रहे ने, गुणवान झुक रहे ने, बड़े बड़े हुक्मरान भी सजदा करदे पे ने, जागीरदार मत्था पे टेकदे। है कि ये धन गुरु अर्जन देव जी महाराज ने अपनी बाणी च आप दस्या, ताण माण दी बाण साचा नानक की प्रभ टेक। जो प्रभु है, प्रभु दा नाम है, बस साडे कोल ही है, और कुछ नहीं। ताण है, ताण सच दा ताण है, साडे कोल परमात्मा दा ताण है। ताण माण दी बाण साचा नानक के प्रभ टेक। गुरु अर्जन देव जी महाराज कहंदे ने, हे प्रभु तू अपने नाम दा ही ताण सानू दे, बाकी नहीं। माण मांगो ताण मांगो, धन लक्ष्मी सुत दे। और जेदे कोल रब्बी ताण होवे, जिंदगी च कदी निमाणा नहीं आउंदा, कदी नहीं आउंदा। ਜਿਹੜਾ ਸ਼ੁਰੂ ਦੇ ਚ परमात्मा ਦਾ ਆਸਰਾ ਪਕੜ ਲਵੇ, ਜ਼ਿੰਦਗੀ ਚ ਕਦੀ ਬੇਆਸਰਾ ਵੀ ਨਹੀਂ ਆਉਂਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ। ਬਾਕੀ ਆਸਰੇ ਮਨੁੱਖ ਪਕੜਦੇ ਨੇ, ਕਈ ਦਫਾ ਆਸਰੇ ਨਹੀਂ ਰਹਿੰਦੇ। ਸਭੋ ਬੱਜੇ ਆਸਰਾ ਚੂਕੇ ਸਭ ਅਸਰਾ। ਇਹਦੇ ਉੱਤੇ ਇੱਕ ਮੈਂ ਦਲੀਲ ਦੇਣਾ ਹੁੰਦਾ, ਮਨੁੱਖ ਨੂੰ ਕੋਈ ਅਸਾਧ ਰੋਗ ਹੋ ਜਾਏ, ਅਸਾਧ, ਤੇ ਡਾਕਟਰ ਜਵਾਬ ਦੇ ਜਾਏ, ਆਖੇ ਹੁਣ ਸਾਡੇ ਵੱਸ ਦੀ ਗੱਲ ਨਹੀਂ, ਤੁਸੀਂ ਕੋਈ ਹੋਰ ਤਰੀਕਾ ਲੱਭੋ। ਫਿਰ ਉਹ ਆਯੁਰਵੇਦ ਦਾ ਆਸਰਾ ਪਕੜਦਾ ਹੈ। ਚਲੋ ਹੁਣ ਵੈਦਾਂ ਕੋਲ ਜਾਈਏ, ਡਾਕਟਰਾਂ ਕੋਲ ਤੇ ਕੁਛ ਨਹੀਂ ਹੋਇਆ, ਤੇ ਆਯੁਰਵੇਦ ਆਚਾਰੀਆ ਵੀ ਕਹਿ ਦੇਣ ਹੁਣ ਸਾਡੇ ਵੱਸ ਦੀ ਗੱਲ ਨਹੀਂ ਹੈ। ਫਿਰ ਮਨੁੱਖ ਹੋਮਿਓਪੈਥੀ ਇਸ ਢੰਗ ਦਾ ਜੋ ਹੈ ਸਹਾਰਾ ਪਕੜੇਗਾ। ਉਸ ਤੋਂ ਵੀ ਗੱਲ ਨਾ ਬਣੀ, ਫਿਰ ਨੇਚਰਪੈਥੀ। ਚਲੋ ਇਹਦੇ ਨਾਲ ਮਤਾ ਠੀਕ ਹੋ ਜਾਈਏ, पर नेचरपैथी नाल भी ठीक ना होया, होम्योपैथी भी ठीक ना कर सकी, एलोपैथी भी ठीक ना कर सकी, ते आयुर्वेद आचार्य भी निराश होकर कहने लगे नहीं साडे वस दी गल नहीं। फिर मनुख परमात्मा दा आसरा पकड़दा है, और सारे कहंदे हुण तूं रब दा ही आसरा पकड़, हुण ईश्वर दा। ईश्वर दे आसरे नूं मनुख अखीर दे च रखदा है। जद सारे आसरे टुट जान, सभो भजे आसरा चूके सब असरा। पर सतगुणां दी बाणी कहंदी है, जो पहले आसरा परमात्मा दा पकड़ लैंदा, जिंदगी च कदी बेआसरा नहीं आउंदा, आउंदा ही नहीं, सदा आसरा उसदा बनदा रहे। ते जिहदे कोल रब्बी ताण है, वो कदी निमाणा भी नहीं आउंदा। ताण माण दी बाण साचा नानक की प्रभ टेक। इसे ही ताण दा सदका सारी दुनिया च धन गुरु अर्जन देव जी महाराज दा शहादत दिहाड़ा मनाया जा रहा है। भारत दे तरह तरह दी छबीलां अज शरबत वंडे जाणगे, रेलवे स्टेशनां ते लोकी वंडदे ने, मुसाफरां नूं पिलांदे ने, सजदे हुंदे ने, बाणी दा गायन, इतिहास दा बखान। पर जिस सता दे राहीं ਇਹ ਸਤਵਾਦੀ ਸ਼ਹੀਦ ਹੋਇਆ, ਸ਼ਾਇਦ ਉਹਦੀ ਮਜ਼ਾਰ ਤੇ ਕੋਈ ਦੀਵਾ ਜਲਾਉਣ ਵਾਲਾ ਵੀ ਨਹੀਂ।
ताण मान दी बाण साचा, नानक की प्रभ टेक। तो गुरु अर्जन देव जी का मूल सिद्धांत, ताण पकड़ो प्रभु दे नाम दा, कदी निमाणे नहीं होवोगे। आसरा पकड़ो प्रभु दा, कदी बेआसरे नहीं होवोगे। इतनियां विचारां प्रमाण करनियां, चूंकि भाई अर्जन सिंह ने दसिया सारियां ने कामकार ते जाना है, ते वक्त सिर समाप्ति कर दईए। तो 6:15 हो गए, मैं थानू लेट ना करा। रात दे समय जिवें गुरु बाबे ने बख्शिश की थी, थोड़े चरण परसांगे जो शाम का समा रखा गया, ਉਹਦੇ धन गुरु अर्जन देव जी महाराज बारे शाम के समय कुछ विचारां आप जी के सामने रखांगे। इत्थे ही समाप्ति। सारियां दा धन्यवाद। वाहिगुरू जी का खालसा, वाहिगुरू जी की फतेह।